ਹੈਲੋ ਸਟੂਡੈਂਟਸ। ਬੇਟਾ ਇਸ ਵੀਡੀਓ 'ਚ ਆਪਾਂ ਸੈਲਫ ਇੰਡਕਸ਼ਨ ਬਾਰੇ ਸਟੱਡੀ ਕਰਾਂਗੇ। ਵਾਟ ਇਜ਼ ਸੈਲਫ ਇੰਡਕਸ਼ਨ ਕੀ ਹੁੰਦੀ ਹੈ, ਕਿਸ ਪ੍ਰੋਪਰਟੀ ਨੂੰ ਸੈਲਫ ਇੰਡਕਸ਼ਨ ਕਹਿੰਦੇ, ਕੀ ਇਹਦੇ ਕਨਸੈਪਟਸ ਨੇ, ਹੈ ਨਾ। ਇਹ ਸਾਰਾ ਕੁਝ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਵਾਟ ਇਜ਼ ਸੈਲਫ ਇੰਡਕਸ਼ਨ? ਇਟ ਇਜ਼ ਦ ਪ੍ਰੋਪਰਟੀ ਆਫ ਕੋਇਲ that it opposes any change in current through it by inducing an EMF in itself. ਸੈਲਫ ਇੰਡਕਸ਼ਨ ਕੋਇਲ ਦੀ ਪ੍ਰੋਪਰਟੀ ਹੈ ਵੀ ਜਦੋਂ ਵੀ ਕੋਇਲ 'ਚ ਕਰੰਟ ਚੇਂਜ ਹੋਣ ਦੀ ਕੋਸ਼ਿਸ਼ ਕਰਦਾ ਹੈ, ਕੋਇਲ ਕਰੰਟ ਨੂੰ ਚੇਂਜ ਹੋਣ ਤੋਂ ਅਪੋਜ਼ ਕਰਦੀ ਹੈ, ਰੋਕਦੀ ਹੈ ਆਪਣੇ ਆਪ ਵਿੱਚ EMF ਇੰਡਿਊਸ ਕਰਕੇ। ਕੋਇਲ ਦੀ ਇਸ ਪ੍ਰੋਪਰਟੀ ਨੂੰ ਸੈਲਫ ਇੰਡਕਸ਼ਨ ਕਹਿੰਦੇ ਆ। ਵੀ ਸਪੋਜ਼ ਜੇ ਕੋਇਲ 'ਚੋਂ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਇਲ ਕਰੰਟ ਨੂੰ ਇਨਕਰੀਜ਼ ਨਹੀਂ ਹੋਣ ਦਿੰਦੀ, ਉਹਨੂੰ ਅਪੋਜ਼ ਕਰੇਗੀ EMF ਇੰਡਿਊਸ ਕਰਕੇ। ਐਂਡ ਜਦੋਂ ਕਰੰਟ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ ਫਿਰ ਕੋਇਲ ਕਰੰਟ ਨੂੰ ਡਿਕਰੀਜ਼ ਵੀ ਨਹੀਂ ਹੋਣ ਦਿੰਦੀ, ਉਹਨੂੰ ਡਿਕਰੀਜ਼ ਹੋਣ ਤੋਂ ਵੀ ਰੋਕੇਗੀ। ਠੀਕ ਹੈ, ਚੇਂਜ ਹੈ ਬੇਟਾ, ਚੇਂਜ ਇੱਥੇ ਚੇਂਜ ਵੀ ਜਦੋਂ ਕੋਇਲ 'ਚੋਂ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਤਾਂ ਕੋਇਲ ਕਰੰਟ ਨੂੰ ਇਨਕਰੀਜ਼ ਵੀ ਨਹੀਂ ਹੋਣ ਦਿੰਦੀ, ਐਂਡ ਜਦੋਂ ਕਰੰਟ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਤਾਂ ਜਿਹੜਾ ਕੋਇਲ ਹੈ ਉਹ ਕਰੰਟ ਨੂੰ ਡਿਕਰੀਜ਼ ਵੀ ਨਹੀਂ ਹੋਣ ਦਿੰਦੀ, ਉਹਨੂੰ ਰੋਕਦੀ ਹੈ, ਉਹਨੂੰ ਚੇਂਜ ਹੋਣ ਤੋਂ ਰੋਕਦੀ ਹੈ। ਕਿਵੇਂ ਰੋਕਦੀ ਹੈ? EMF ਇੰਡਿਊਸ ਕਰਕੇ। ਇਹ ਮੈਂ ਸਾਰਾ ਤੁਹਾਨੂੰ ਸਮਝਾਊਂਗਾ ਬੇਟਾ। ਇਹ ਸਾਰੇ ਦੇ ਵਿੱਚ ਫੈਰਾਡੇਜ਼ ਲਾਅ ਹੀ ਲੱਗਦੇ ਨੇ। ਫੈਰਾਡੇਜ਼ ਲਾਅ ਦੀ ਹੈਲਪ ਦੇ ਨਾਲ ਆਪਾਂ ਇਹ ਸਮਝਾਂਗੇ ਵੀ ਇਹ ਸਾਰਾ ਕੁਝ ਕੀ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਕੋਇਲ ਕਿਹਨੂੰ ਕਹਿੰਦੇ ਆ? ਇੱਕ ਵਾਇਰ ਹੈਲੀਕਲ ਸ਼ੇਪ 'ਚ ਵਾਊਂਡ ਹੁੰਦੀ ਹੈ, ਦੈਟ ਇਜ਼ ਨੋਨ ਐਜ਼ ਕੋਇਲ। ਤੁਸੀਂ ਇਹਨੂੰ ਕੋਇਲ ਕਹਿ ਦਿਓ, ਚਾਹੇ ਤੁਸੀਂ ਇਹਨੂੰ ਸੋਲੇਨੋਇਡ ਕਹਿ ਦਿਓ, ਹੈ ਨਾ। ਤਾਂ ਆਪਣੇ ਕੋਲ ਇੱਕ ਕੋਇਲ ਹੈ ਬੇਟਾ। ਇਸ ਕੋਇਲ ਦੀ ਲੈਂਥ ਹੈਗੀ ਹੈ L। ਕੋਇਲ 'ਚ ਨੰਬਰ ਆਫ ਟਰਨਸ ਹੈਗੇ ਨੇ N। ਏਰੀਆ ਆਫ ਕ੍ਰੋਸ ਸੈਕਸ਼ਨ A। ਜਦੋਂ ਕੋਇਲ 'ਚੋਂ ਕਰੰਟ ਪਾਸ ਆਊਟ ਹੋਏਗਾ ਤਾਂ ਇਹਦੇ ਅੰਦਰ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ। ਯੂਨਿਟ 3rd 'ਚ ਪੜ੍ਹਿਆ ਹੋਇਆ ਸੋਲੇਨੋਇਡ ਬਾਰੇ, ਪੜ੍ਹਿਆ ਹੋਇਆ ਨਾ ਬੇਟਾ ਸੋਲੇਨੋਇਡ ਬਾਰੇ। ਤਾਂ ਵੀ ਜਦੋਂ ਸੋਲੇਨੋਇਡ 'ਚੋਂ ਕਰੰਟ ਪਾਸ ਆਊਟ ਹੁੰਦਾ ਤਾਂ ਸੋਲੇਨੋਇਡ ਦੇ ਅੰਦਰ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ। ਕਿੰਨਾ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਬੇਟਾ ਸੋਲੇਨੋਇਡ ਦੇ ਅੰਦਰ? ਮੈਗਨੈਟਿਕ ਫੀਲਡ ਪ੍ਰੋਡਿਊਸਡ ਇਨਸਾਈਡ ਕੋਇਲ ਜਾਂ ਸੋਲੇਨੋਇਡ, ਕਿੰਨਾ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ? μ ਨੋਡ Ni। N ਸੀਗਾ ਨੰਬਰ ਆਫ ਟਰਨਸ ਪਰ ਯੂਨਿਟ ਲੈਂਥ, ਇੰਨਾ ਫੀਲਡ ਪ੍ਰੋਡਿਊਸ ਹੋਏਗਾ। ਫੀਲਡ ਪ੍ਰੋਡਿਊਸ ਹੋਣ ਦੇ ਨਾਲ ਇਸ ਦਾ ਫਲਕਸ ਬਣੇਗਾ, ਮੈਗਨੈਟਿਕ ਫਲਕਸ ਆਫ ਕੋਇਲ ਬਣੇਗਾ ਨਾ। ਫਲਕਸ ਦਾ ਫਾਰਮੂਲਾ ਕੀ ਹੁੰਦਾ? BA cos θ, ਹੈ ਨਾ। ਤਾਂ ਬੇਟਾ ਫੀਲਡ ਪ੍ਰੋਡਿਊਸ ਹੋਏਗਾ ਤਾਂ ਫਲਕਸ ਬਣੇਗਾ, ਐਂਡ ਫਲਕਸ ਪ੍ਰੋਡਿਊਸ ਹੋਏਗਾ ਤਾਂ EMF ਇੰਡਿਊਸ ਹੋਏਗੀ ਅਕੋਰਡਿੰਗ ਟੂ ਫੈਰਾਡੇਜ਼ ਸੈਕਿੰਡ ਲਾ। EMF ਇੰਡਿਊਸਡ ਇਨ ਕੋਇਲ, EMF ਇੰਡਿਊਸ ਹੋਏਗੀ। ਫਾਰਮੂਲਾ ਸੀਗਾ -NdΦ/dt। ਇਹੀ ਸੀਗਾ ਨਾ ਬੇਟਾ ਫੈਰਾਡੇਜ਼ ਦਾ ਸੈਕਿੰਡ ਲਾ। ਤਾਂ ਬਸ ਸੁਣੋ ਹੁਣ, ਦੇਖੋ ਧਿਆਨ ਨਾਲ ਵੀ ਜਦੋਂ ਇੱਥੇ ਇਫ ਕਰੰਟ ਵਾਂਟਸ ਟੂ ਇਨਕਰੀਜ਼, ਜਦੋਂ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰੇਗਾ, ਮੈਂ ਤੁਹਾਨੂੰ ਉੱਧਰ ਸਮਝਾਉਣਾ ਸਾਰਾ। ਜਦੋਂ ਕਰੰਟ ਦੇਖੋ, ਵੈਨ ਕਰੰਟ ਵਾਂਟਸ ਟੂ ਇਨਕਰੀਜ਼, ਜਦੋਂ ਕਰੰਟ ਇਨਕਰੀਜ਼ ਹੋਏਗਾ ਤਾਂ ਫੀਲਡ ਇਨਕਰੀਜ਼ ਹੋਏਗਾ, ਮੈਗਨੈਟਿਕ ਫੀਲਡ ਇਨਕਰੀਜ਼ ਹੋਏਗਾ। ਜਦੋਂ ਮੈਗਨੈਟਿਕ ਫੀਲਡ ਇਨਕਰੀਜ਼ ਹੋਏਗਾ ਤਾਂ ਫਲਕਸ ਇਨਕਰੀਜ਼ ਹੋਏਗਾ, ਐਂਡ ਜਦੋਂ ਫਲਕਸ ਇਨਕਰੀਜ਼ ਹੋਏਗਾ ਤਾਂ EMF ਇੰਡਿਊਸ ਹੋਏਗੀ। ਹੈ ਨਾ। ਐਂਡ ਲੈਂਜ਼ਜ਼ ਲਾਅ ਦੇ ਅਕੋਰਡਿੰਗ ਕੀ ਪੜ੍ਹਿਆ ਸੀ? ਅਕੋਰਡਿੰਗ ਟੂ ਲੈਂਜ਼ਜ਼ ਲਾਅ ਇਹ ਪੜ੍ਹਿਆ ਸੀਗਾ ਵੀ ਜਿਹੜੀ ਇਹ EMF ਇੰਡਿਊਸ ਹੋਏਗੀ, ਜਿਸ ਦੇ ਕਾਰਨ ਇੰਡਿਊਸ ਹੋ ਰਹੀ ਹੈ, ਉਸੇ ਨੂੰ ਅਪੋਜ਼ ਕਰੇਗੀ। ਡਾਇਰੈਕਸ਼ਨ ਆਫ EMF is in such a way that it opposes the cause
due to which it is produced। पढ़िया सी बेटा ਲੈਂਜ਼ਸ ਲਾਅ 'ਚ ਵੀ ਜਿਹੜੀ ਇਹ EMF ਜਿਸ ਦੇ ਕਾਰਨ ਪ੍ਰੋਡਿਊਸ ਹੋ ਰਹੀ ਹੈ ਉਸੇ ਨੂੰ ਕੀ ਕਰੇਗੀ, ਅਪੋਜ਼। EMF ਕਿਉਂ ਇੰਡਿਊਸ ਹੋ ਰਹੀ ਹੈ, ਕਿਉਂਕਿ ਫਲਕਸ ਇੰਕਰੀਜ਼ ਹੋ ਰਿਹਾ। ਫਲਕਸ ਇੰਕਰੀਜ਼ ਕਿਉਂ ਹੋ ਰਿਹਾ, ਕਿਉਂਕਿ ਮੈਗਨੈਟਿਕ ਫੀਲਡ ਇੰਕਰੀਜ਼ ਹੋ ਰਿਹਾ। ਮੈਗਨੈਟਿਕ ਫੀਲਡ ਕਿਉਂ ਇੰਕਰੀਜ਼ ਹੋ ਰਿਹਾ, ਕਿਉਂਕਿ ਕਰੰਟ ਇੰਕਰੀਜ਼ ਹੋ ਰਿਹਾ, ਹੈ ਨਾ। ਤਾਂ ਜਿਹੜੀ ਇਹ EMF ਇੰਡਿਊਸ ਹੋਏਗੀ ਇਹ ਕਰੰਟ ਨੂੰ ਇਨਕਰੀਜ਼ ਹੋਣ ਤੋਂ ਰੋਕੇਗੀ। ਮੀਨਸ ਇਫ ਕਰੰਟ wants to increase then EMF ਉਹਨੂੰ oppose ਕਰੇਗੀ। if current wants to increase, ਅਗਰ ਕਰੰਟ increase ਹੋਣਾ ਚਾਹੁੰਦਾ ਹੈ ਤਾਂ EMF ਉਸ ਨੂੰ oppose ਕਰੇਗੀ। oppose to increase, ਉਹਨੂੰ ਇਨਕਰੀਜ਼ ਹੋਣ ਨਹੀਂ ਦੇਗੀ। ਐਂਡ ਇਫ ਕਰੰਟ ਵਾਂਟਸ ਟੂ ਡਿਕਰੀਜ਼, ਬੇਟਾ ਜਦੋਂ ਕਰੰਟ ਡਿਕਰੀਜ਼ ਹੋਏਗਾ, ਸਪੋਜ਼ ਇਹ ਕਰੰਟ ਡਿਕਰੀਜ਼ ਹੁੰਦਾ ਹੈ, ਕਰੰਟ ਡਿਕਰੀਜ਼ ਹੋਏਗਾ ਤਾਂ ਫੀਲਡ ਡਿਕਰੀਜ਼ ਹੋਏਗਾ, ਫੀਲਡ ਡਿਕਰੀਜ਼ ਹੋਏਗਾ ਤਾਂ ਫਲਕਸ ਡਿਕਰੀਜ਼ ਹੋਏਗਾ, ਫਲਕਸ ਡਿਕਰੀਜ਼ ਹੋਏਗਾ ਤਾਂ ਫਿਰ ਵੀ EMF ਇੰਡਿਊਸ ਹੋਏਗੀ, ਕਿਉਂਕਿ ਕਰੰਟ ਡਿਕਰੀਜ਼ ਹੋਣ ਦੇ ਨਾਲ ਫੀਲਡ ਡਿਕਰੀਜ਼ ਹੋਏਗਾ, ਫੀਲਡ ਡਿਕਰੀਜ਼ ਹੋਣ ਨਾਲ ਫਲਕਸ ਡਿਕਰੀਜ਼ ਹੋਏਗਾ, ਫਲਕਸ ਡਿਕਰੀਜ਼ ਹੋਣ ਦੇ ਨਾਲ ਵੀ EMF ਇੰਡਿਊਸ ਹੋਏਗੀ, ਹੈ ਨਾ। ਇਫ ਕਰੰਟ wants to decrease ਫਿਰ ਵੀ EMF ਇੰਡਿਊਸ ਹੋਏਗੀ। ਐਂਡ ਨਾਓ ਜਿਹੜੀ EMF ਇੰਡਿਊਸ ਹੋਏਗੀ ਅਕੋਰਡਿੰਗ ਟੂ ਲੈਂਜ਼ਸ ਲਾਅ, ਅਕੋਰਡਿੰਗ ਟੂ ਲੈਂਜ਼ਸ ਲਾਅ ਜਿਹੜੀ EMF ਇੰਡਿਊਸ ਹੋਏਗੀ ਜਿਸ ਦੇ ਕਾਰਨ ਇੰਡਿਊਸ ਹੋ ਰਹੀ ਹੈ ਉਸਨੂੰ ਅਪੋਜ਼ ਕਰੇਗੀ। EMF ਕਿਉਂ ਇੰਡਿਊਸ ਹੋ ਰਹੀ ਹੈ, ਕਿਉਂਕਿ ਕਰੰਟ ਡਿਕਰੀਜ਼ ਹੋ ਰਿਹਾ, ਬਿਕੋਜ਼ ਕਰੰਟ ਡਿਕਰੀਜ਼ਿਜ਼ ਦੈਟਸ ਵਾਈ EMF ਇੰਡਿਊਸ ਹੋ ਰਹੀ ਹੈ ਨਾ। ਤਾਂ ਇਹ EMF ਇਸ ਨੂੰ ਡਿਕਰੀਜ਼ ਹੋਣ ਤੋਂ ਰੋਕੇਗੀ। ਅਪੋਜ਼ ਟੂ ਡਿਕਰੀਜ਼, ਡਿਕਰੀਜ਼ ਨੂੰ ਰੋਕੇਗੀ ਉਹਨੂੰ ਸਪੋਰਟ ਕਰਕੇ, ਉਹਦੀ ਹੈਲਪ ਕਰਕੇ ਵੀ ਉਹ ਘਟੇ ਨਾ। ਸਮਝ ਗਏ। ਇੱਥੇ ਜੇ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਫਿਰ ਤਾਂ EMF ਉਸ ਨੂੰ ਅਪੋਜ਼ ਕਰੇਗੀ ਵੀ ਕਰੰਟ ਵਧੇ ਨਾ, EMF ਉਸ ਨੂੰ ਅਪੋਜ਼ ਕਰੇ ਵੀ ਕਰੰਟ ਵਧੇਗਾ। ਜੇ ਕਰੰਟ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ, ਡਿਕਰੀਜ਼ ਹੋਣ ਦੀ ਕੋਸ਼ਿਸ਼, ਤਾਂ ਜਿਹੜੀ EMF ਇੰਡਿਊਸ ਹੋਏਗੀ ਉਹ ਡਿਕਰੀਜ਼ ਨੂੰ ਅਪੋਜ਼ ਕਰੇਗੀ। ਡਿਕਰੀਜ਼ ਨੂੰ ਅਪੋਜ਼ ਕਰੇਗੀ, ਕਰੰਟ ਨੂੰ ਨਹੀਂ ਅਪੋਜ਼ ਕਰੇਗੀ, ਡਿਕਰੀਜ਼ ਨੂੰ ਅਪੋਜ਼ ਕਰੇਗੀ ਉਹਨੂੰ ਸਪੋਰਟ ਕਰਕੇ ਵੀ ਉਹ ਡਿਕਰੀਜ਼ ਨਾ ਹੋਵੇ। ਸਮਝ ਗਏ। ਮਤਲਬ ਜੇ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ EMF ਇਨਕਰੀਜ਼ ਨਹੀਂ ਹੋਣ ਦੇਗੀ, ਇਨਕਰੀਜ਼ ਨੂੰ ਰੋਕੇਗੀ ਉਹਨੂੰ ਅਪੋਜ਼ ਕਰਕੇ, ਹੈ ਨਾ, ਅਪੋਜ਼ ਕਰਕੇ ਕਰੰਟ ਨੂੰ। ਇਫ ਕਰੰਟ ਵਾਂਟਸ ਟੂ ਡਿਕਰੀਜ਼, ਅਗਰ ਕਰੰਟ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ EMF ਡਿਕਰੀਜ਼ ਨੂੰ ਅਪੋਜ਼ ਕਰੇਗੀ ਉਹਨੂੰ ਸਪੋਰਟ ਕਰਕੇ, ਕਰੰਟ ਨੂੰ ਸਪੋਰਟ ਕਰਕੇ। ਤਾਂ ਇਹਦਾ ਮਤਲਬ ਇਹ ਹੋਇਆ ਬੇਟਾ, ਚੈੱਕ ਕਰੋ ਇੱਧਰ ਮੈਂ ਡਾਇਗਰਾਮ ਤੁਹਾਨੂੰ ਸ਼ੋਅ ਕਰਦਾ ਵੀ ਸਪੋਜ਼ ਕਰੋ ਅਗਰ ਕਿਸੇ ਕੋਇਲ 'ਚ ਐਵੇਂ ਅੱਗੇ ਨੂੰ ਕਰੰਟ ਫਲੋ ਹੋ ਰਿਹਾ ਐਂਡ ਕਰੰਟ ਵਾਂਟਸ ਟੂ ਇਨਕਰੀਜ਼, ਤਾਂ ਜਿਹੜੀ EMF ਇੰਡਿਊਸ ਹੋਏਗੀ ਉਹ ਇਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ ਇਹਨੂੰ ਅਪੋਜ਼ ਕਰਕੇ। EMF ਕਰੰਟ ਨੂੰ ਅਪੋਜ਼ ਕਰੇਗੀ ਤਾਂ ਹੀ ਉਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ ਨਾ ਬੇਟਾ। ਐਂਡ ਜੇ ਅਗਰ ਕਰੰਟ ਅੱਗੇ ਨੂੰ ਹੀ ਫਲੋ ਹੋ ਰਿਹਾ, ਬਟ ਸਪੋਜ਼ ਕਰੰਟ ਅੱਗੇ ਨੂੰ ਫਲੋ ਹੋ ਰਿਹਾ ਐਂਡ ਕਰੰਟ ਵਾਂਟਸ ਟੂ ਡਿਕਰੀਜ਼, ਹੌਲੀ ਹੌਲੀ ਕਰੰਟ ਡਿਕਰੀਜ਼ ਹੋ ਰਿਹਾ, ਫਿਰ ਜਿਹੜੀ EMF ਇਸ ਨੂੰ ਡਿਕਰੀਜ਼ ਹੋਣ ਤੋਂ ਰੋਕੇਗੀ ਇਹਨੂੰ ਸਪੋਰਟ ਕਰਕੇ, ਇਹਦੀ ਹੈਲਪ ਕਰਕੇ। ਸਮਝ ਗਏ। ਮੈਂ ਸੁਣੋ ਕੇਅਰਫੁਲੀ, ਮੈਂ ਇਹ ਕਹਿ ਰਿਹਾ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ EMF ਅਪੋਜ਼ਿਜ਼ ਕਰੰਟ, ਨਹੀਂ, EMF opposes change in current। ਇਹ ਸਹੀ ਹੈ, ਇਹ ਦੋ ਫਰਕ ਹੈ ਬੇਟਾ। ਇਹਦਾ ਮਤਲਬ ਤਾਂ ਇਹ ਹੈ ਵੀ EMF ਕਰੰਟ ਨੂੰ ਅਪੋਜ਼ ਕਰੇਗੀ, EMF ਕਰੰਟ ਨੂੰ ਰੋਕੇਗੀ, ਨਹੀਂ, ਗਲਤ ਸੋਚ ਰਹੇ ਹੋ। EMF ਕਰੰਟ ਨੂੰ ਨਹੀਂ ਰੋਕਦੀ, EMF ਕਰੰਟ ਦੇ ਚੇਂਜ ਨੂੰ ਰੋਕਦੀ ਹੈ। ਚੇਂਜ ਮੀਨਸ ਇਫ ਕਰੰਟ ਇਨਕਰੀਜ਼ਿਸ ਫਿਰ EMF ਅਪੋਜ਼ ਕਰੇਗੀ ਉਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ, ਹੈ ਨਾ। ਐਂਡ ਇਫ ਕਰੰਟ ਡਿਕਰੀਜ਼ਿਸ ਫਿਰ EMF ਉਹਨੂੰ ਸਪੋਰਟ ਕਰਕੇ ਉਹਨੂੰ ਡਿਕਰੀਜ਼ ਹੋਣ ਤੋਂ ਰੋਕੇਗੀ। ਇੱਥੇ EMF ਇਨਕਰੀਜ਼ ਨੂੰ ਰੋਕ ਰਹੀ ਹੈ, ਅਪੋਜ਼ ਦਾ ਇਨਕਰੀਜ਼। ਇੱਥੇ EMF ਡਿਕਰੀਜ਼ ਨੂੰ ਅਪੋਜ਼ ਕਰ ਰਹੀ ਹੈ, ਅਪੋਜ਼ ਦਾ ਡਿਕਰੀਜ਼। ਸਮਝ ਗਏ। ਡਿਕਰੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਉਹਦੀ ਹੈਲਪ ਕਰਕੇ, ਉਹਨੂੰ ਸਪੋਰਟ ਕਰਕੇ। ਇਸ ਕਰਕੇ ਆਹ ਡਾਇਗਰਾਮਸ ਕੇਅਰਫੁਲੀ ਸਮਝੋ ਵੀ ਅਗਰ ਕਿਸੇ ਕੋਇਲ 'ਚ
ਅਗਰ ਕਿਸੇ ਕੋਇਲ 'ਚ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ, ਅਗਰ ਕਿਸੇ ਕੋਇਲ 'ਚ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਇਲ ਉਸ ਕਰੰਟ ਨੂੰ ਇਨਕਰੀਜ਼ ਨਹੀਂ ਹੋਣ ਦਿੰਦੀ। ਕੋਇਲ ਉਸ ਦੇ ਇਨਕਰੀਜ਼ ਨੂੰ ਰੋਕਦੀ ਹੈ, ਆਪਣੇ ਆਪ 'ਚ EMF ਇੰਡਿਊਸ ਕਰ ਲੈਂਦੀ ਹੈ ਓਪੋਜ਼ਿਟ ਡਾਇਰੈਕਸ਼ਨ 'ਚ, ਕਰੰਟ ਨਾਲੋਂ ਓਪੋਜ਼ਿਟ ਡਾਇਰੈਕਸ਼ਨ 'ਚ EMF ਇੰਡਿਊਸ ਕਰਕੇ ਉਸ ਦੇ ਇਨਕਰੀਜ਼ ਨੂੰ ਰੋਕਦੀ ਹੈ, ਉਹਨੂੰ ਇਨਕਰੀਜ਼ ਨਹੀਂ ਹੋਣ ਦਿੰਦੀ। ਐਂਡ ਅਗਰ ਕਰੰਟ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਹੈ, ਇਫ ਕਰੰਟ ਵਾਂਟਸ ਟੂ ਡਿਕਰੀਜ਼, ਤਾਂ ਕੋਇਲ ਉਸ ਕਰੰਟ ਨੂੰ ਡਿਕਰੀਜ਼ ਵੀ ਨਹੀਂ ਹੋਣ ਦਿੰਦੀ, ਉਸ ਦੀ ਹੈਲਪ ਕਰਦੀ ਹੈ। EMF ਇੰਡਿਊਸ ਹੁੰਦੀ ਹੈ ਉਸੇ ਡਾਇਰੈਕਸ਼ਨ 'ਚ, ਇਹ EMF ਉਸ ਕਰੰਟ ਦੀ ਹੈਲਪ ਕਰੇਗੀ, ਉਹਨੂੰ ਡਿਕਰੀਜ਼ ਹੋਣ ਤੋਂ ਰੋਕੇਗੀ। ਸਿੰਪਲ ਜੀ ਗੱਲ ਹੈ, ਇਨਕਰੀਜ਼ ਹੋਣ ਤੋਂ ਤਾਂ ਰੋਕਿਆ ਜਾਏਗਾ ਜੇ EMF ਓਪੋਜ਼ਿਟ ਡਾਇਰੈਕਸ਼ਨ 'ਚ ਇੰਡਿਊਸ ਹੋਏਗੀ, ਐਂਡ ਡਿਕਰੀਜ਼ ਹੋਣ ਤੋਂ ਤਾਂ ਰੋਕਿਆ ਜਾਏਗਾ ਜੇ EMF ਸੇਮ ਡਾਇਰੈਕਸ਼ਨ 'ਚ ਇੰਡਿਊਸ ਹੋਏਗੀ। ਆਹ ਦੋ ਪੁਆਇੰਟਸ ਕਲੀਅਰ ਕਰ ਲਿਓ ਬੇਟਾ, ਆਹ ਪੁਆਇੰਟਸ ਗਲਤ ਨਾ ਕਰ ਲਿਓ। EMF, ਇਹ ਕਹਿਣਾ ਗਲਤ ਹੈ ਵੀ EMF ਕਰੰਟ ਨੂੰ ਅਪੋਜ਼ ਕਰੇਗੀ, ਨਹੀਂ, EMF ਚੇਂਜ ਇਨ ਕਰੰਟ ਨੂੰ ਅਪੋਜ਼ ਕਰੇਗੀ। ਇਫ ਕਰੰਟ ਵਾਂਟਸ ਟੂ ਇਨਕਰੀਜ਼, ਇਫ ਕਰੰਟ ਵਾਂਟਸ ਟੂ ਇਨਕਰੀਜ਼ ਤਾਂ EMF ਕਰੰਟ ਨੂੰ ਇਨਕਰੀਜ਼ ਨਹੀਂ ਹੋਣ ਦੇਗੀ। ਇਫ ਕਰੰਟ ਵਾਂਟਸ ਟੂ ਡਿਕਰੀਜ਼ ਤਾਂ EMF ਕਰੰਟ ਨੂੰ ਡਿਕਰੀਜ਼ ਵੀ ਨਹੀਂ ਹੋਣ ਦੇਗੀ। ਜੇ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਤਾਂ EMF ਓਪੋਜ਼ਿਟ ਡਾਇਰੈਕਸ਼ਨ 'ਚ ਇੰਡਿਊਸ ਹੋ ਕੇ ਉਹਦੇ ਇਨਕਰੀਜ਼ ਨੂੰ ਰੋਕੇਗੀ, ਉਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ। ਐਂਡ ਇਫ ਕਰੰਟ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਫਿਰ EMF ਸੇਮ ਡਾਇਰੈਕਸ਼ਨ 'ਚ ਅਪੀਅਰ ਹੋ ਕੇ, ਸੇਮ ਡਾਇਰੈਕਸ਼ਨ 'ਚ ਅਪੀਅਰ ਹੋ ਕੇ ਉਹਨੂੰ ਸਪੋਰਟ ਕਰੇਗੀ, ਉਹਨੂੰ ਡਿਕਰੀਜ਼ ਹੋਣ ਨਹੀਂ ਦੇਗੀ। ਦੈਟ ਪ੍ਰੋਪਰਟੀ ਆਫ ਕੋਇਲ ਇਜ਼ ਨੋਨ ਐਜ਼ ਸੈਲਫ ਇੰਡਕਸ਼ਨ। ਵੈਸੇ ਇਹਦੇ ਨਾਮ ਤੋਂ ਕਲੀਅਰ ਹੈ, ਸੈਲਫ ਇੰਡਕਸ਼ਨ, ਸੈਲਫ ਮਤਲਬ ਆਪਣੇ ਆਪ 'ਚ, ਇੰਡਕਸ਼ਨ ਮਤਲਬ ਇੰਡਿਊਸ ਕਰਨਾ, ਆਪਣੇ ਆਪ 'ਚ EMF ਇੰਡਿਊਸ ਕਰਕੇ ਕਰੰਟ ਦੇ ਚੇਂਜ ਨੂੰ ਰੋਕਣਾ, ਆਪਣੇ ਆਪ 'ਚ EMF ਇੰਡਿਊਸ ਕਰਕੇ, ਸੈਲਫ ਮਤਲਬ ਆਪਣੇ ਆਪ, ਇੰਡਕਸ਼ਨ ਮਤਲਬ ਇੰਡਿਊਸ ਕਰਨਾ, ਹੈ ਨਾ, ਆਪਣੇ ਆਪ 'ਚ EMF ਇੰਡਿਊਸ ਕਰਕੇ ਕਰੰਟ ਦੇ ਚੇਂਜ ਨੂੰ ਰੋਕਣਾ। ਦੈਟ ਪ੍ਰੋਪਰਟੀ ਆਫ ਕੋਇਲ ਇਜ਼ ਨੋਨ ਐਜ਼ ਸੈਲਫ ਇੰਡਕਸ਼ਨ। ਇਸ ਕਰਕੇ ਕਿਆ ਲਿਖਿਆ ਬੇਟਾ, ਦੇਖੋ, ਇਟ ਇਜ਼ ਦਾ ਪ੍ਰੋਪਰਟੀ ਆਫ ਦਾ ਕੋਇਲ, ਇਹ ਕੋਇਲ ਦੀ ਪ੍ਰੋਪਰਟੀ ਹੁੰਦੀ ਹੈ, ਇਹ ਸਿਰਫ ਕੋਇਲ ਤੇ ਲੱਗੇਗੀ, ਕੋਇਲ ਤੇ। ਇਟ ਇਜ਼ ਐਪਲੀਕੇਬਲ ਇਨ ਓਨਲੀ ਔਨ ਕੋਇਲ। ਇਹ ਕੋਇਲ ਦੀ ਪ੍ਰੋਪਰਟੀ ਹੈ ਕਿ ਕੋਇਲ, ਇਟ ਮਤਲਬ ਕੋਇਲ, ਇਟ ਅਪੋਜ਼ਿਸ ਐਨੀ ਚੇਂਜ ਇਨ ਕਰੰਟ ਥਰੂ ਇਟ। ਵੀ ਅਗਰ ਕੋਇਲ 'ਚ ਕੋਈ ਕਰੰਟ ਚੇਂਜ ਹੁੰਦਾ ਹੈ, ਅਗਰ ਕੋਇਲ 'ਚ ਕੋਈ ਕਰੰਟ ਚੇਂਜ ਹੁੰਦਾ ਹੈ ਤਾਂ ਕੋਇਲ ਕਰੰਟ ਦੇ ਚੇਂਜ ਨੂੰ ਅਪੋਜ਼ ਕਰਦੀ ਹੈ, ਚੇਂਜ ਨੂੰ। ਠੀਕ ਹੈ, ਕਿਵੇਂ ਅਪੋਜ਼ ਕਰਦੀ ਹੈ? ਆਪਣੇ ਆਪ 'ਚ EMF ਇੰਡਿਊਸ ਕਰਕੇ, ਆਪਣੇ ਆਪ 'ਚ EMF ਇੰਡਿਊਸ ਕਰਕੇ। EMF ਕਿਉਂ ਇੰਡਿਊਸ ਹੁੰਦੀ ਹੈ ਉਹ ਮੈਂ ਤੁਹਾਨੂੰ ਸਾਰਾ ਕੰਸੈਪਟ ਸਮਝਾਇਆ ਵੀ ਜਦੋਂ ਕੋਇਲ 'ਚ ਕਰੰਟ ਇਨਕਰੀਜ਼ ਹੋਏਗਾ, ਹੈ ਨਾ, ਕਰੰਟ ਇਨਕਰੀਜ਼ ਹੋਣ ਦੇ ਨਾਲ ਫੀਲਡ ਇਨਕਰੀਜ਼ ਹੋਏਗਾ, ਫੀਲਡ ਇਨਕਰੀਜ਼ ਹੋਣ ਨਾਲ ਕੋਇਲ ਦਾ ਫਲਕਸ ਇਨਕਰੀਜ਼ ਹੋਏਗਾ, ਐਂਡ ਫਲਕਸ ਇਨਕਰੀਜ਼ ਹੋਣ ਦੇ ਨਾਲ EMF ਇੰਡਿਊਸ ਹੋਏਗੀ। ਐਂਡ ਅਕੋਰਡਿੰਗ ਟੂ ਲੈਂਜ਼ਸ ਲਾਅ ਜਿਹੜੀ ਇਹ EMF ਇੰਡਿਊਸ ਹੋਏਗੀ, ਜਿਸ ਦੇ ਕਾਰਨ ਇੰਡਿਊਸ ਹੋ ਰਹੀ ਹੈ ਉਸ ਨੂੰ ਰੋਕੇਗੀ। EMF ਕਿਉਂ ਇੰਡਿਊਸ ਹੋ ਰਹੀ ਹੈ? ਕਿਉਂਕਿ ਫਲਕਸ ਚੇਂਜ ਹੋ ਰਿਹਾ ਹੈ, ਫਲਕਸ ਇਨਕਰੀਜ਼ ਹੋ ਰਿਹਾ ਹੈ। ਫਲਕਸ ਇਨਕਰੀਜ਼ ਕਿਉਂ ਹੋ ਰਿਹਾ? ਕਿਉਂਕਿ ਫੀਲਡ ਇਨਕਰੀਜ਼ ਹੋ ਰਿਹਾ ਹੈ। ਫੀਲਡ ਇਨਕਰੀਜ਼ ਕਿਉਂ ਹੋ ਰਿਹਾ? ਕਿਉਂਕਿ ਕਰੰਟ ਇਨਕਰੀਜ਼ ਹੋ ਰਿਹਾ। ਤਾਂ ਜਿਹੜੀ ਇਹ EMF ਹੋਏਗੀ ਇਹ ਕਰੰਟ ਦੇ ਇਨਕਰੀਜ਼ ਨੂੰ ਰੋਕੇਗੀ, ਉਹਨੂੰ ਇਨਕਰੀਜ਼ ਨਹੀਂ ਹੋਣ ਦੇਗੀ। ਮਤਲਬ ਜੇ ਕਰੰਟ ਇਨਕਰੀਜ਼ ਹੋ ਰਿਹਾ ਤਾਂ EMF ਕਰੰਟ ਦੇ ਓਪੋਜ਼ਿਟ ਆਏਗੀ, ਉਹਦੇ ਇਨਕਰੀਜ਼ ਨੂੰ ਰੋਕੇਗੀ, ਉਹਨੂੰ ਇਨਕਰੀਜ਼ ਹੋਣ ਨਹੀਂ ਦੇਗੀ। ਐਂਡ ਇਫ ਕਰੰਟ ਵਾਂਟਸ ਟੂ ਡਿਕਰੀਜ਼, ਅਗਰ ਕਰੰਟ ਡਿਕਰੀਜ਼ ਹੁੰਦਾ, ਜੇ ਕਰੰਟ ਡਿਕਰੀਜ਼ ਹੋਏਗਾ ਤਾਂ ਬੇਟਾ ਇਹਦਾ ਫੀਲਡ ਡਿਕਰੀਜ਼ ਹੋਏਗਾ, ਫੀਲਡ ਡਿਕਰੀਜ਼ ਹੋਏਗਾ ਤਾਂ ਫਲਕਸ ਡਿਕਰੀਜ਼ ਹੋਏਗਾ, ਫਲਕਸ ਡਿਕਰੀਜ਼ ਹੋਏਗਾ ਫਿਰ EMF ਇੰਡਿਊਸ ਹੋਏਗੀ। ਹੁਣ EMF ਇੰਡਿਊਸ ਕਿਉਂ ਹੋ ਰਹੀ ਹੈ? ਕਿਉਂਕਿ ਫਲਕਸ ਡਿਕਰੀਜ਼ ਹੋ ਰਿਹਾ ਹੈ, ਫੀਲਡ ਡਿਕਰੀਜ਼ ਹੋ ਰਿਹਾ ਹੈ, ਕਰੰਟ ਡਿਕਰੀਜ਼ ਹੋ ਰਿਹਾ ਹੈ, ਤਾਂ EMF ਕਰੰਟ ਨੂੰ ਡਿਕਰੀਜ਼ ਹੋਣ ਤੋਂ ਰੋਕੇਗੀ। EMF ਕਰੰਟ ਨੂੰ ਡਿਕਰੀਜ਼ ਹੋਣ ਤੋਂ ਰੋਕੇਗੀ। ਕਰੰਟ ਨੂੰ ਡਿਕਰੀਜ਼ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ? ਉਹਦੀ ਹੈਲਪ ਕਰਕੇ, ਉਹਦੀ ਹੈਲਪ ਕਰਕੇ ਉਹਨੂੰ ਡਿਕਰੀਜ਼। ਜੇ ਇੱਥੇ ਵੀ EMF ਓਪੋਜ਼ਿਟ ਡਾਇਰੈਕਸ਼ਨ 'ਚ ਹੀ ਆਉਂਦੀ, ਕਰੰਟ ਤੋਂ ਓਪੋਜ਼ਿਟ ਡਾਇਰੈਕਸ਼ਨ 'ਚ ਹੀ ਆਉਂਦੀ, ਫਿਰ ਤਾਂ ਕਰੰਟ ਹੋਰ ਡਿਕਰੀਜ਼ ਹੋ ਜਾਂਦਾ। ਇੱਥੇ EMF ਨੇ ਕਰੰਟ ਨੂੰ ਡਿਕਰੀਜ਼ ਨਹੀਂ ਹੋਣ ਦੇਣਾ, ਉਸ ਨੂੰ ਰੋਕਣਾ ਹੈ ਉਹਦੀ ਹੈਲਪ ਕਰਕੇ। ਦੈਟ ਮੀਨਸ ਇੱਥੇ ਜਿਹੜੀ EMF ਇੰਡਿਊਸ ਹੋਏਗੀ ਉਹ ਸੇਮ ਡਾਇਰੈਕਸ਼ਨ 'ਚ ਇੰਡਿਊਸ ਹੋਏਗੀ। ਵੈਨ ਐਵਰ ਕਰੰਟ ਵਾਂਟਸ ਟੂ ਇਨਕਰੀਜ਼ ਤਾਂ EMF ਓਪੋਜ਼ਿਟ ਡਾਇਰੈਕਸ਼ਨ 'ਚ ਇੰਡਿਊਸ ਹੋ ਕੇ ਉਹਨੂੰ ਇਨਕਰੀਜ਼ ਹੋਣ ਤੋਂ ਰੋਕਦੀ ਹੈ। ਐਂਡ ਵੈਨ ਐਵਰ ਕਰੰਟ ਵਾਂਟਸ ਟੂ ਡਿਕਰੀਜ਼, ਕਰੰਟ ਅਗਰ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਤਾਂ EMF ਸੇਮ ਡਾਇਰੈਕਸ਼ਨ 'ਚ ਇੰਡਿਊਸ ਹੋ ਕੇ ਉਹਨੂੰ ਡਿਕਰੀਜ਼ ਹੋਣ ਤੋਂ ਰੋਕਦੀ ਹੈ, ਉਹਦੀ ਹੈਲਪ ਕਰਕੇ ਉਹਨੂੰ ਡਿਕਰੀਜ਼ ਹੋਣ ਤੋਂ ਰੋਕਦੀ ਹੈ ਬੇਟਾ। ਤਾਂ ਆਹ ਚੀਜ਼ ਬੀ ਕਲੀਅਰ ਅਬਾਊਟ ਥੀਸ ਟੂ ਥਿੰਗਸ, ਵੀ ਅਸੀਂ
ਇਹ ਜਿਹੜੀ EMF ਇੰਡਿਊਸ ਹੁੰਦੀ ਹੈ ਇਹ ਕਰੰਟ ਨੂੰ ਨਹੀਂ ਰੋਕਦੀ, ਇਹ ਕਰੰਟ ਦੇ ਚੇਂਜ ਨੂੰ ਰੋਕਦੀ ਹੈ, ਚੇਂਜ ਨੂੰ। ਇਫ ਕਰੰਟ ਵਾਂਟਸ ਟੂ ਇਨਕਰੀਜ਼ ਤਾਂ ਇਨਕਰੀਜ਼ ਨੂੰ ਰੋਕੇਗੀ ਓਪੋਜ਼ਿਟ ਡਾਇਰੈਕਸ਼ਨ 'ਚ ਆ ਕੇ, ਇਫ ਕਰੰਟ ਵਾਂਟਸ ਟੂ ਡਿਕਰੀਜ਼ ਤਾਂ ਡਿਕਰੀਜ਼ ਨੂੰ ਰੋਕੇਗੀ ਸੇਮ ਡਾਇਰੈਕਸ਼ਨ 'ਚ ਇੰਡਿਊਸ ਕਰਕੇ। ਦੈਟ ਪ੍ਰੋਪਰਟੀ ਆਫ ਕੋਇਲ ਇਜ਼ ਨੋਨ ਐਜ਼ ਸੈਲਫ ਇੰਡਕਸ਼ਨ। ਕੋਇਲ ਦੀ ਇਸ ਪ੍ਰੋਪਰਟੀ ਨੂੰ ਬੇਟਾ ਆਪਾਂ ਸੈਲਫ ਇੰਡਕਸ਼ਨ ਬੋਲਦੇ ਹਾਂ, ਸਮਝ ਗਏ। ਤਾਂ ਜਦੋਂ ਵੀ ਕਿਸੇ ਕੋਇਲ ਚੋਂ, ਮੈਂ ਫਾਈਨਲ ਕੰਕਲੂਜਨ ਕੱਢ ਰਿਹਾ ਬੇਟਾ, ਜਦੋਂ ਵੀ ਕਿਸੇ ਕੋਇਲ ਚੋਂ ਕਰੰਟ ਚੇਂਜ ਹੋਣਾ ਚਾਹੁੰਦਾ ਹੈ ਤਾਂ ਕੋਇਲ ਕਰੰਟ ਨੂੰ ਚੇਂਜ ਹੋਣ ਨਹੀਂ ਦੇਗੀ, ਕੋਇਲ ਕਰੰਟ ਨੂੰ ਚੇਂਜ ਹੋਣ ਨਹੀਂ ਦੇਗੀ। ਜੇ ਕਰੰਟ ਇਨਕਰੀਜ਼ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ EMF ਓਪੋਜ਼ਿਟ ਡਾਇਰੈਕਸ਼ਨ 'ਚ ਇੰਡਿਊਸ ਕਰਕੇ। ਇਹ EMF ਕਰੰਟ ਨੂੰ ਇਨਕਰੀਜ਼ ਹੋਣ ਤੋਂ ਰੋਕੇਗੀ, ਵਧਣ ਨਹੀਂ ਦੇਗੀ। ਅਗਰ ਕਰੰਟ ਡਿਕਰੀਜ਼ ਹੋਣਾ ਚਾਹੁੰਦਾ ਹੈ ਫਿਰ ਜਿਹੜੀ EMF ਹੈ ਇਹ ਕਰੰਟ ਨੂੰ ਡਿਕਰੀਜ਼ ਹੋਣ ਤੋਂ ਰੋਕੇਗੀ, ਉਹਦੀ ਹੈਲਪ ਕਰੇਗੀ ਸੇਮ ਡਾਇਰੈਕਸ਼ਨ 'ਚ ਆ ਕੇ, ਉਹਨੂੰ ਸਪੋਰਟ ਕਰੇਗੀ ਵੀ ਉਹ ਡਿਕਰੀਜ਼ ਨਾ ਹੋਵੇ। ਕਲੀਅਰ। ਦੈਟ ਪ੍ਰੋਪਰਟੀ ਆਫ ਕੋਇਲ ਇਜ਼ ਨੋਨ ਐਜ਼ ਸੈਲਫ ਇੰਡਕਸ਼ਨ। ਕੋਇਲ ਦੀ ਬੇਟਾ ਇਸ ਪ੍ਰੋਪਰਟੀ ਨੂੰ ਆਪਾਂ ਸੈਲਫ ਇੰਡਕਸ਼ਨ ਕਹਿੰਦੇ ਹਾਂ। ਕਲੀਅਰ, ਅੰਡਰਸਟੈਂਡ। ਹਾਂਜੀ ਬੇਟਾ, ਅਗਰ ਹੁਣ ਸੁਣੋ ਅੱਗੇ ਧਿਆਨ ਨਾਲ, ਥੋੜਾ ਕੇਅਰਫੁਲੀ, ਠੀਕ ਹੈ। ਆਪਾਂ ਨੂੰ ਪਤਾ ਹੈ ਇਸ ਫਾਰਮੂਲੇ ਦੇ ਅਕੋਰਡਿੰਗ, ਚੈੱਕ ਕਰੋ ਫਾਰਮੂਲਾ ਵਿਜ਼ੀਬਲ ਹੈ ਨਾ ਤੁਹਾਨੂੰ, ਯੈਸ। ਇਸ ਫਾਰਮੂਲੇ ਦੇ ਅਕੋਰਡਿੰਗ ਮੈਗਨੈਟਿਕ ਫੀਲਡ produced in coil is directly proportional to I। हाँ देखो B is directly proportional to I, and इस फॉर्मूले के अकॉर्डिंग phi is directly proportional to B। तो आप कह सकते हैं phi is directly proportional to B, B is directly proportional to I, so phi is directly proportional to I, है ना। तो बेटा जिन्ना कोयल चो करंट है ना, जिन्ना कोयल चो करंट ज़्यादा मतलब करंट इनक्रीज़ होएगा तो कोयल का फ्लक्स इनक्रीज़ होएगा, जे करंट डिक्रीज़ होएगा तो कोयल का फ्लक्स डिक्रीज़ होएगा। फ्लक्स ऑफ कोयल इज़ डायरैक्टली प्रोपोर्शनल टू करंट फ्लोइंग थ्रू इट। प्रोपोर्शनैलिटी का सिंबल हटावांगे तो इत्थे कॉन्स्टेंट लगावांगे बेटा L, ठीक है। फार्मूला इंपॉर्टेंट है, इंपॉर्टेंट फॉर न्यूमेरिकल्स, है ना। तो इस फार्मूले जो L है, L इज़ नोन एज सैल्फ इंडक्टेंस ऑफ कोयल या कला इंडक्टेंस ऑफ कोयल। इस L नू सैल्फ इंडक्टेंस ऑफ कोयल या इंडक्टेंस ऑफ कोयल कहते हैं। क्लियर। तो बेटा व्हाट इज़ फाई, टर्म्स क्लियर कर लो। व्हाट इज़ फाई? मैग्नेटिक फ्लक्स लिंक्ड विद कॉइल, ठीक है। व्हाट इज आई? करंट फ्लोइंग थ्रू कॉइल, ठीक है। फार्मूला याद रखना है। हुन अकॉर्डिंग टू फैराडेज सेकेंड लॉ बेटा इंड्यूस्ड EMF का फार्मूला होंगे माइनस d∅dt होंगे ना बेटा, इंड्यूस्ड EMF का फार्मूला। इस च अगर असी फाई की वैल्यू पुट कर दिए Li तो यह फार्मूला बन जाएगा E इज़ इक्वल टू माइनस L di/dt। L इज़ कॉन्स्टेंट फॉर वन कोयल, है ना। एक कोयल का L कॉन्स्टेंट होंगे बेटा, डिफरेंट कोयल्स का L डिफरेंट होंगे। L का फार्मूला की है आप ड्राइव करांगे हले, ठीक है। एक कोयल का L कॉन्स्टेंट होंगे, डिफरेंट कोयल का L डिफरेंट होंगे। एंड इस फार्मूले के अकॉर्डिंग E का L ना रिलेशन डायरैक्ट हो गया बेटा, मतलब जिस कोयल का L ज़्यादा होएगा उस कोयल च EMF ज़्यादा इंड्यूस होएगी, वो कोयल करंट के चेंज नू ज़्यादा रोकेगी। जिसका L घट होएगा उसकी EMF घट इंड्यूस होएगी, जिसका L घट होएगा इफ कोयल का L लार्ज है ना, तो EMF भी लार्ज इंड्यूस होएगी। जे EMF लार्ज इंड्यूस होएगी दैट मीनस वो करंट नू चेंज होने तो ज़्यादा रोकेगी। एंड अगर L स्मॉल है तो फिर EMF भी स्मॉल इंड्यूस होएगी।
डायरैक्ट रिलेशन है बेटा, डायरैक्ट। ठीक है, माइनस साइन इंडिकेट्स दैट कि जी EMF है वो चेंज इन करंट नू अपोज करेगी। क्लीयर। नेगेटिव साइन इंडिकेट्स दैट, नेगेटिव साइन indicates that E and di by dt are in opposite sense। मतलब if current wants to increase तो EMF ਉਹਨੂੰ increase ਹੋਣ ਤੋਂ ਰੋਕੇਗੀ, if current wants to decrease तो EMF ਉਸ ਨੂੰ decrease ਹੋਣ ਤੋਂ ਰੋਕੇਗੀ। ਇਹ ਕਨਸੈਪਟ ਮੈਂ ਤੁਹਾਨੂੰ ਉੱਪਰ ਵੀ ਕਲੀਅਰ ਕਰ ਚੁੱਕਿਆ ਇਹਨਾਂ ਡਾਇਗਰਾਮ 'ਚ ਵੀ ਅਗਰ ਕਰੰਟ ਇਨਕਰੀਜ਼ ਹੋਣਾ ਚਾਹੁੰਦਾ ਹੈ ਤਾਂ EMF ਉਸ ਦੇ ਓਪੋਜ਼ਿਟ ਆ ਕੇ ਉਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ, ਐਂਡ ਇਫ ਕਰੰਟ ਡਿਕਰੀਜ਼ ਹੋਣਾ ਚਾਹੁੰਦਾ ਹੈ ਫਿਰ EMF ਸੇਮ ਡਾਇਰੈਕਸ਼ਨ 'ਚ ਆ ਕੇ ਉਹਨੂੰ ਡਿਕਰੀਜ਼ ਹੋਣ ਤੋਂ ਰੋਕੇਗੀ। ਤਾਂ ਜਿਹੜੀ EMF ਹੈ ਉਹ ਚੇਂਜ ਇਨ ਕਰੰਟ ਨੂੰ ਅਪੋਜ਼ ਕਰਦੀ ਹੈ। EMF मैं फिर बोल रहे हैं, आ पॉइंट में फिर क्लियर कर रहे हैं, EMF करंट ਨੂੰ नहीं अपोज करती, EMF चेंज इन करंट ਨੂੰ अपोज करती है बेटा, चेंज इन करंट ਨੂੰ। समझ गए? ये सोचना गलत है भी EMF करंट ਨੂੰ अपोज, कदे EMF करंट ਨੂੰ अपोज करेगी, कदे EMF करंट ਨੂੰ सपोर्ट भी करेगी। जे करंट इंक्रीज हो रहा है तो EMF करंट ਨੂੰ अपोज करेगी, बट अगर करंट डिक्रीज हो रहा है तो EMF करंट ਨੂੰ सपोर्ट करेगी। तो EMF आलवेज करंट ਨੂੰ अपोज नहीं करती, इस करके मैं इत्थे क्रॉस पाया। EMF करंट ਨੂੰ नहीं अपोज करती, EMF करंट ਦੇ चेंज ਨੂੰ अपोज करती है। अगर इंक्रीज ਹੁੰਦਾ है तो इंक्रीज ਨੂੰ अपोज करती है ओपोजिट डायरैक्शन च आके, जे डिक्रीज ਹੁੰਦਾ है तो डिक्रीज ਨੂੰ अपोज करती है सेम डायरैक्शन च आके। तो ਜਿਹੜਾ ਨੈਗੇਟਿਵ ਸਾਈਨ ਹੈ बेटा यही ਦੱਸਦਾ ਵੀ ਜਿਹੜੀ EMF है वो चेंज इन करंट ਨੂੰ अपोज करेगी। EMF इज ओपोजिट टू द चेंज इन करंट। इफ करंट इंक्रीजेस तो EMF ਉਹਨੂੰ ਇਨਕਰੀਜ਼ ਹੋਣ ਤੋਂ ਰੋਕੇਗੀ, ਇਫ ਕਰੰਟ ਡਿਕਰੀਜ਼ਸ ਤਾਂ EMF ਉਸ ਨੂੰ ਡਿਕਰੀਜ਼ ਹੋਣ ਤੋਂ ਰੋਕੇਗੀ, ਉਹਦੀ ਹੈਲਪ ਕਰਕੇ, ਉਹਨੂੰ ਸਪੋਰਟ ਕਰਕੇ। ਤਾਂ ਬੇਟਾ ਇਹ ਦੋ ਫਾਰਮੂਲੇ ਯਾਦ ਰੱਖਣੇ ਨੇ, ਇੱਕ φ ਇਜ਼ ਇਕੁਅਲ ਟੂ Li, ਇੱਕ E ਇਜ਼ ਇਕੁਅਲ ਟੂ LdI ਬਾਈ dt। ਇਸ ਫਾਰਮੂਲੇ ਦੀਆਂ ਟਰਮਸ ਇੱਕ ਵਾਰੀ ਚੈੱਕ ਕਰ ਲੈਂਦੇ। ਵਟ ਇਜ਼ I, ਕੋਇਲ 'ਚੋਂ ਕਿੰਨਾ ਕਰੰਟ ਫਲੋ ਹੋ ਰਿਹਾ, L ਕੋਇਲ ਦਾ ਸੈਲਫ ਇੰਡਕਟੈਂਸ, ਇਹਦਾ ਫਾਰਮੂਲਾ ਆਪਾਂ ਡਰਾਈਵ ਕਰਦੇ ਹਾਂ। आई हो गया कोयल का करंट, L होगी कोयल की सैल्फ इंडक्टेंस, फाई हो गया मैग्नेटिक फ्लक्स लिंक्ड विद कोयल। L इज सैल्फ इंडक्टेंस ऑफ कोयल, फाई इज मैग्नेटिक फ्लक्स लिंक्ड विद कोयल, आई इज करंट फ्लोइंग थ्रू कोयल। एंड इस फार्मूले बेटा L इज कोयल का सैल्फ इंडक्टेंस, di बाई dt रेट ऑफ चेंज ऑफ करंट विद रिस्पैक्ट टू टाइम ऑफ कोयल। कोयल का किन्ने टाइम किन्ना करंट चेंज हो रहा है, किन्ने टाइम किन्ना करंट चेंज हो रहा है। E इज EMF इंड्यूस इन द कोयल। जे करंट चेंज नहीं होएगा, सुनो चेक करो, जे करंट चेंज नहीं होएगा, इफ करंट इज कांस्टेंट, करंट इज कांस्टेंट तो फील्ड इज कांस्टेंट, फील्ड इज कांस्टेंट तो फ्लक्स इज कांस्टेंट, इफ फ्लक्स इज कांस्टेंट तो E इंड्यूस EMF इज जीरो, बिकॉज कांस्टेंट टर्म का डेरिवेटिव जीरो होंगे। उरो भी आप चेक कर सकते हैं, उरो भी इफ करंट चेंज नहीं होएगा, अगर करंट कांस्टेंट हो जाएगा, अगर करंट कांस्टेंट हो जाएगा तो कांस्टेंट टर्म का डेरिवेटिव जीरो, EMF इंड्यूस जीरो हो जाएगा। समझ गए बेटा? तो ख्याल रखियो भी अगर करंट कांस्टेंट रहता है तो बेटा di बाई dt जीरो हो जाएगा एंड इंड्यूस EMF जीरो हो जाएगी, फिर EMF इंड्यूस नहीं होएगी। EMF इंड्यूस सिर्फ उदों होएगी, EMF इंड्यूस सिर्फ उदों होएगी जे करंट चेंज होएगा। अगर करंट चेंज होएगा, जे करंट चेंज नहीं होंदा फिर EMF इंड्यूस नहीं होंदी। बी केयरफुल अबाउट दैट पॉइंट। EMF हमेशा इंड्यूस नहीं होंदी, EMF हमेशा उदों इंड्यूस होएगी जे करंट चेंज होएगा। डेफिनेशन से भी क्लियर है, अगर करंट चेंज होएगा, अगर करंट चेंज होएगा फिर EMF इंड्यूस होएगी, वो EMF करंट नू चेंज होने तो रोकेगी। जे करंट कांस्टेंट होएगा, जे करंट कांस्टेंट होएगा, समझा तो चुक्या बेटा थानू, जे करंट कांस्टेंट होएगा तो फील्ड कांस्टेंट, फील्ड कांस्टेंट तो फ्लक्स कांस्टेंट, फ्लक्स कांस्टेंट, कांस्टेंट टर्म द डेरिवेटिव जीरो, EMF इंड्यूस नहीं होएगी। पूरा भी क्लियर हो गया भी जे करंट कांस्टेंट रहेगा, कांस्टेंट टर्म द डेरिवेटिव जीरो, EMF इंड्यूस नहीं होएगी। क्लियर बेटा? सो दैट प्रॉपर्टी ऑफ कॉइल है ना, ये जी कॉइल की आ प्रॉपर्टी है सैल्फ इंडक्शन की, है ना, दैट प्रॉपर्टी ऑफ कॉइल इज नोन एज सैल्फ इंडक्शन। बेटा ये थोनू सैल्फ इंडक्शन जिहड़ा हैगा, सैल्फ इंडक्शन ये थोनू इनर्शिया वर्गा नहीं लगता? इनर्शिया बोलो,
ਇਨਰਸ਼ੀਆ ਕੀ ਹੁੰਦਾ ਮੈਨੂੰ ਦੱਸਿਓ, ਵਟ ਇਜ਼ ਇਨਰਸ਼ੀਆ? ਯਾਦ ਹੈ ਤੁਹਾਡੇ ਇਨਰਸ਼ੀਆ +1 'ਚ ਪੜ੍ਹਿਆ ਵੀ ਜੇ ਕੋਈ ਕੋਇਲ ਰੈਸਟ 'ਤੇ ਤਾਂ ਰੈਸਟ 'ਚ ਹੀ ਰਹਿਣ ਦੀ ਕੋਸ਼ਿਸ਼ ਕਰਦੀ ਹੈ, ਇਨਰਸ਼ੀਆ ਉਹਨੂੰ ਮੋਸ਼ਨ 'ਚ ਨਹੀਂ ਆਉਣ ਦਿੰਦਾ। ਜੇ ਕੋਇਲ ਰੈਸਟ 'ਚ ਹੈ ਤਾਂ ਇਨਰਸ਼ੀਆ ਕੋਇਲ ਨੂੰ ਮੋਸ਼ਨ 'ਚ ਨਹੀਂ ਆਉਣ ਦਿੰਦਾ। ਜੇ ਮੋਸ਼ਨ 'ਚ ਹੈ ਤਾਂ ਇਨਰਸ਼ੀਆ ਕੋਇਲ ਨੂੰ ਰੈਸਟ 'ਚ ਨਹੀਂ ਆਉਣ ਦਿੰਦਾ। ਯਾਦ ਹੈ ਨਾ ਬੇਟਾ ਤੁਹਾਡੇ? ਯਾਦ ਹੈ ਵੀ ਜੇ ਕੋਈ ਬੋਡੀ ਰੈਸਟ 'ਚ ਹੈ ਤਾਂ ਉਹ ਆਪਣੇ ਆਪ ਮੋਸ਼ਨ 'ਚ ਨਹੀਂ ਆ ਸਕਦੀ, ਇਨਰਸ਼ੀਆ ਉਹਨੂੰ ਰੋਕਦਾ ਹੈ। ਇਨਰਸ਼ੀਆ ਬੋਡੀ ਨੂੰ ਰੈਸਟ ਤੋਂ ਮੋਸ਼ਨ 'ਚ ਨਹੀਂ ਆਉਣ ਦਿੰਦਾ। ਐਂਡ ਜੇ ਕੋਈ ਮੋਸ਼ਨ 'ਚ ਹੈ ਤਾਂ ਇਨਰਸ਼ੀਆ ਬੋਡੀ ਨੂੰ ਰੈਸਟ 'ਚ ਨਹੀਂ ਆਉਣ ਦਿੰਦਾ, ਮੋਸ਼ਨ ਤੋਂ ਰੈਸਟ 'ਚ ਨਹੀਂ ਆਉਣ ਦਿੰਦਾ। ਉਹੀ ਕੰਸੈਪਟ ਸੈਲਫ ਇੰਡਕਸ਼ਨ ਦਾ। ਜੇ ਕਰੰਟ ਇਨਕਰੀਜ਼ ਹੋਣਾ ਚਾਹੁੰਦਾ ਤਾਂ ਸੈਲਫ ਇੰਡਕਸ਼ਨ ਹੈ ਨਾ ਉਹਨੂੰ ਇਨਕਰੀਜ਼ ਨਹੀਂ ਹੋਣ ਦਿੰਦੀ। ਅਗਰ ਕਰੰਟ ਡਿਕਰੀਜ਼ ਹੋਣਾ ਚਾਹੁੰਦਾ ਤਾਂ ਸੈਲਫ ਇੰਡਕਸ਼ਨ ਉਹਨੂੰ ਡਿਕਰੀਜ਼ ਵੀ ਨਹੀਂ ਹੋਣ ਦਿੰਦੀ। ਦੈਟ ਮੀਨਸ ਤੁਸੀਂ ਸੈਲਫ ਇੰਡਕਸ਼ਨ ਨੂੰ ਇਲੈਕਟ੍ਰੀਕਲ ਇਨਰਸ਼ੀਆ ਕਹਿ ਸਕਦੇ ਹੋ। ਸੈਲਫ ਇੰਡਕਸ਼ਨ ਜਾਂ ਐਲ ਜਿਹੜਾ ਸੈਲਫ ਇੰਡਕਟੈਂਸ ਹੈ ਨਾ ਐਲ, ਇਟ ਇਜ਼ ਨੋਨ ਐਜ਼ ਇਲੈਕਟ੍ਰੀਕਲ ਇਨਰਸ਼ੀਆ। ਇਹ ਇਲੈਕਟ੍ਰੀਕਲ ਇਨਰਸ਼ੀਆ ਦਾ ਰੋਲ ਪਲੇ ਕਰਦਾ ਬੇਟਾ। ਵੀ ਜਿਵੇਂ ਇਨਰਸ਼ੀਆ ਹੁੰਦਾ ਹੈ ਬੋਡੀ ਨੂੰ ਰੈਸਟ ਤੋਂ ਮੋਸ਼ਨ 'ਚ ਨਹੀਂ ਆਉਣ ਦਿੰਦਾ, ਮੋਸ਼ਨ ਤੋਂ ਰੈਸਟ 'ਚ ਨਹੀਂ ਆਉਣ ਦਿੰਦਾ, ਇਨਰਸ਼ੀਆ ਬੋਡੀ ਨੂੰ ਰੋਕਦਾ ਹੈ। ਸਿਮਿਲਰਲੀ ਜਿਹੜਾ ਸੈਲਫ ਇੰਡਕਸ਼ਨ ਇਹ ਕਰੰਟ ਨੂੰ ਇੱਕ ਤਾਂ ਇਨਕਰੀਜ਼ ਨਹੀਂ ਹੋਣ ਦਿੰਦਾ। ਜੇ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਇਨਕਰੀਜ਼ ਨਹੀਂ ਹੋਣ ਦਿੰਦਾ, ਜੇ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰਦਾ ਤਾਂ ਡਿਕਰੀਜ਼ ਵੀ ਨਹੀਂ ਹੋਣ ਦਿੰਦਾ, ਹੈ ਨਾ। ਸੋ ਸੈਲਫ ਇੰਡਕਸ਼ਨ ਪਲੇਜ਼ ਦਾ ਰੋਲ ਆਫ ਇਲੈਕਟ੍ਰੀਕਲ ਇਨਰਸ਼ੀਆ। ਓਕੇ, ਇਲੈਕਟ੍ਰੀਕਲ ਇਹ 1 ਮਾਰਕਸ ਦਾ ਕੁਐਸਚਨ ਬਣ ਜਾਂਦਾ ਹੁੰਦਾ। ਦੈਟਸ ਵਾਈ ਮੈਂ ਤੁਹਾਨੂੰ ਦੱਸਦਾ ਵੀ ਸੈਲਫ ਇੰਡਕਸ਼ਨ ਨੂੰ ਇਲੈਕਟ੍ਰੀਕਲ ਇਨਰਸ਼ੀਆ ਇਸ ਕਿਉਂ ਕਿਹਾ ਜਾਂਦਾ, ਕਿਉਂਕਿ ਇਹ ਇਨਰਸ਼ੀਆ ਦੀ ਤਰ੍ਹਾਂ ਹੀ ਬਿਹੇਵ ਕਰਦਾ। ਵੀ ਜਿਵੇਂ ਇਨਰਸ਼ੀਆ ਬੋਡੀ ਨੂੰ ਰੈਸਟ ਤੋਂ ਮੋਸ਼ਨ ਜਾਂ ਮੋਸ਼ਨ ਤੋਂ ਰੈਸਟ ਦੀ ਸਟੇਟ ਬਦਲਣ ਨਹੀਂ ਦਿੰਦਾ, ਉਵੇਂ ਸੈਲਫ ਇੰਡਕਸ਼ਨ ਕਰੰਟ ਨੂੰ ਇਨਕਰੀਜ਼ ਜਾਂ ਕਰੰਟ ਨੂੰ ਡਿਕਰੀਜ਼ ਨਹੀਂ ਹੋਣ ਦਿੰਦਾ। 0 ਤੋਂ ਇਨਕਰੀਜ਼ ਹੋਣਾ ਤਾਂ ਵੀ ਰੋਕਦਾ, ਇਨਕਰੀਜ਼ ਤੋਂ 0 ਹੋਣਾ ਤਾਂ ਵੀ ਰੋਕਦਾ, ਡਿਕਰੀਜ਼ ਹੋਣਾ ਤਾਂ ਵੀ ਰੋਕਦਾ। ਤਾਂ ਸੈਲਫ ਇੰਡਕਸ਼ਨ ਹੈ ਨਾ, ਇਟ ਪਲੇਜ਼ ਦਾ ਰੋਲ ਆਫ ਇਨਰਸ਼ੀਆ। ਦੈਟਸ ਵਾਈ ਇਟ ਇਜ਼ ਆਲਸੋ ਨੋਨ ਐਜ਼ ਇਲੈਕਟ੍ਰੀਕਲ ਇਨਰਸ਼ੀਆ। ਕਲੀਅਰ ਬੇਟਾ? ਤਾਂ ਆਪਾਂ ਹੁਣ ਤੱਕ 2 ਮਿੰਟ ਆਪਾਂ 2 ਫਾਰਮੂਲੇ डिस्कस कर चुके हैं। एक फाई इज इक्वल टू एल आई, दूसरा ई इज इक्वल टू माइनस एल डी आई बाई डी टी। ठीक है, इन मैगनीट्यूड की फॉर्म च लिखना है, कल्ले मैगनीट्यूड की फॉर्म च। फिर तुसी ये फार्मूला कल्ला आ भी लिख सकते हो, एल डी आई बाई डी टी। ठीक है, हुण आपां ने एल दियां डेफिनेशनस बनानियां ने बेटा। डेफिनेशंस ऑफ सैल्फ इंडक्टेंस। बेटा कोई कन्फ्यूजन ना रखियो, सैल्फ इंडक्टेंस एल हुंदा, सैल्फ इंडक्शन प्रॉपर्टी हुंदी है। कोयल दी प्रॉपर्टी करंट नू, करंट दे चेंज नू अपोज करन दी प्रॉपर्टी, करंट दे चेंज नू अपोज करन दी प्रॉपर्टी इज नोन एज सैल्फ इंडक्शन। सैल्फ इंडक्शन प्रॉपर्टी नू कहंदे ने, इस प्रॉपर्टी नू सैल्फ इंडक्शन कहते हैं। जिहड़ा एक कॉन्सटेंट है दैट इज़ नोन एज सैल्फ इंडक्टेंस, सैल्फ इंडक्टेंस कहते हैं। एल नू डिफाइन करना है तो आप एल दियां 2 डेफिनेशंस दे सकते हैं बेटा। एक तो इस फार्मूले तो दे सकते हैं फाई इज इक्वल टू एल आई, तो एक इस फार्मूले तो दे सकते हैं। एक तो इत्थों बनता बेटा इफ आई इज इक्वल टू 1 दैन फाई इज इक्वल टू एल, बनती है ना। की डेफिनेशन बनेगी? Self inductance of a coil may be defined as magnetic flux linked with the coil when unit current is flowing through it. बनाओ वो definition. Self inductance of coil may be defined as magnetic flux linked with the coil when unit current is flowing through it, unit current is flowing through it। नोट्स चो पढ़ लियो बेटा डेफिनेशंस। सेल्फ इंडक्टेंस ऑफ अ coil may be defined as magnetic flux linked with the coil when unit current is flowing through it। ठीक है, उरो भी बना सकते हो, जिन्हों ये डेफिनेशन औखी लगती है उरो भी बना सकते हो। ठीक है, अगर डी आई बाई डी टी 1 हो दैन ई इज इक्वल टू एल होएगा ना बेटा, उरो बना लो।
self inductance of coil may be defined as EMF induced in the coil, EMF induced in the coil when current is changing, current is changing at the rate of unity, when current is changing at the rate of unity with respect to time. Self inductance of a coil may be defined as EMF induced in the coil when current is changing at the rate of unity with respect to time. ये याद रखनी है, ये याद रख लो, ये याद रखनी है, ये याद रख लो, ठीक है बेटा। यूनिट्स एल दे बेटा, फ्लक्स का फार्मूला एल आई, एल इज इक्वल टू फ्लक्स अपॉन आई, फ्लक्स दे यूनिट्स वैबर, आई दे यूनिट्स अंपीयर, वैबर पर अंपीयर नू न्यू नेम दिता गया सी हैनरी। जिहड़े एल दे यूनिट्स हैं दैट इज हैनरी, ठीक है। डेफिनेशन ऑफ 1 हेनरी, यस, डेफिनेशन ऑफ 1 हेनरी, 1 हेनरी की डेफिनेशन बनाने बेटा, ओके। हुण आपां नूं पता भी जिहड़ा फ्लक्स का फार्मूला दैट इज इक्वल टू एल आई, एल इज इक्वल टू फाई अपॉन आई, इफ फाई इज इक्वल टू 1 वेबर and I is equal to 1 ampere, then L is equal to 1 Weber upon 1 ampere, it becomes 1 Henry, 1 Weber upon 1 ampere, 1 Weber per ampere 1 Henry बन गया। उरो डेफिनेशन बनाओ बेटा, किसी भी कोयल का सैल्फ इंडक्टेंस 1 हैनरी कदों होएगा, जो उस चो 1 एम्पीयर का करंट फ्लो होवे ते उसका फ्लक्स कितना बने 1 वेबर। सैल्फ इंडक्टेंस of coil is said to be 1 Henry if 1 ampere of current produces magnetic flux of 1 Weber through it। किसी भी कोयल का सैल्फ इंडक्टेंस 1 हैनरी कदों होएगा, जो 1 एम्पीयर का करंट 1 वेबर का फ्लक्स प्रोड्यूस करे, उस 1 एम्पीयर का करंट 1 वेबर का फ्लक्स प्रोड्यूस करे, फिर उस कोयल का एल 1 हैनरी, ठीक है बेटा, ओके। एंड मैं थोनों पहले ही फार्मूले तो क्लीयर कर चुके हैं, ई इज इक्वल टू एल डी आई बाई डी टी, तो भी ई का एल नाल रिलेशन डायरैक्ट है। जिस कोयल का एल लार्ज होएगा, जिस कोयल का एल लार्ज होएगा उस EMF ज़्यादा इंड्यूस होएगी, जिस कोयल का एल स्मॉल होएगा उस EMF स्मॉल इंड्यूस होएगी, है ना। एक कोयल का एल कॉन्स्टेंट होंदा है, एल इज कॉन्स्टेंट फॉर 1 कोयल, बट डिफरेंट कोयल्स का एल डिफरेंट, जिमें एक मटीरियल का आर रजिस्टेंस कॉन्स्टेंट होंदी है, मटीरियल टू मटीरियल आर चेंज होंदा रहिंदा है, उमें एक कोयल का एल कॉन्स्टेंट होएगा, डिफरेंट कोयल का एल डिफरेंट होएगा। जिस कोयल का एल ज़्यादा होएगा उस ज़्यादा EMF इंड्यूस होएगी, जिस कोयल का एल स्मॉल होएगा उस घट EMF इंड्यूस होएगी। EMF किस डायरैक्शन इंड्यूस होएगी, ये डिपेंड करता है भी करंट इंक्रीज़ हो रहा है या डिक्रीज़ हो रहा है। अगर करंट इंक्रीज़ हो रहा है तो EMF ऑपोजिट डायरैक्शन इंड्यूस होएगी, अगर करंट डिक्रीज़ हो रहा है तो EMF सेम डायरैक्शन इंड्यूस होएगी। क्लियर। अच्छा, ਇਹਦਾ ਡਾਇਮੈਂਸ਼ਨਲ फार्मूला भी बना लेने बेटा, डायमेंशनल फार्मूला ऑफ एल, ये फार्मूले तो बना लेने, ई इज इक्वल टू एल डी आई बाई डी टी। इतों राजे एल का फार्मूला बनता है ई डी टी अपॉन डी आई। ई इज़ पोटेंशियल डिफरेंस, ई इज़ EMF, EMF पोटेंशियल डिफरेंस नूं कहंदे हुंदे ने। पोटेंशियल डिफरेंस
वर्क पर यूनिट चार्ज ਹੁੰਦਾ पोटेंशियल डिफरेंस यूनिट फर्स्ट 'ਚ पढ़िया होया बेटा वर्क पर यूनिट चार्ज तो इनू ਅਸੀਂ लिख ਲਾਂਗੇ वर्क अपॉन चार्ज ठीक है वर्क अपॉन सॉरी डी आई डी सॉरी इट इज़ डी टी गलत हो गया वी ई डी टी यस ई डी टी डी आई ध्यान नाल करना बेटा कोई मिस्टेक नहीं करनी हियर इज़ डी आई क्लीयर ओके वर्क दैन हुंदा फोर्स इनटू डिस्टेंस ये टाइम आ गया करंट का फार्मूला होंदा रेट ऑफ फ्लो ऑफ चार्ज विद रिस्पैक्ट टू टाइम तो चार्ज का फार्मूला होंदा करंट इनटू टाइम चार्ज का फार्मूला करंट इनटू टाइम डी आई फोर्स का डिमेंशनल फार्मूला एम एल टी माइनस टू डिस्टेंस का एल टाइम का टी करंट का ए टाइम का टी करंट का ए ठीक है करंट का एम्पीयर होंदा ना मैं दोबारा तो बना देना देखो ई इज़ इक्वल टू एल डी आई बाई डी टी इधर मल्टीप्लाई करता है डी आई नीचे आ गया डी टी ई नाल मल्टीप्लाई हो गया डी आई नीचे आ गया ओके ई एम एफ नूं लिखिया पोटेंशियल डिफरेंस डी टी ऊपर एज इट इज़ डी आई नीचे पोटेंशियल डिफरेंस लिख लिया वर्क अपॉन चार्ज वर्क डन लिख लिया फोर्स इनटू डिस्टेंस चार्ज लिख लिया करंट इनटू टाइम इज चार्ज फिर उस फोर्स का डिमेंशनल फार्मूला पुट करता डिस्टेंस का एल पुट करता टाइम का टी पुट करता करंट का ए पुट करता टाइम का टी पुट करता करंट का ए इनू सॉल्व करके एल का डिमेंशनल फार्मूला बन जाएगा एम तो इकल्ला ही है एल 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 टू ठीक है टी नाल एक टी कट्टा जाएगा बेटा टी नाल टी कट्टेगा टी दी पावर माइनस टू दो ए है ऊपर जाके माइनस टू एम एल टू टी माइनस टू ए माइनस टू इज़ द डिमेंशनल फार्मूला ऑफ एल क्लियर बेटा ये हो गए ये सारिया बेसिक जो चीज़ा हो गई है ना दोने फार्मूले याद रखने ने भूलने नहीं है ओके तो ये एल दियाँ दो डेफिनेशन हो गई दोनों चो चाहे आ वाली कर लियो बेटा चाहे आ कर लियो एक कर लियो है ना एल के यूनिट्स हो गए हैनरी की डेफिनेशन हो गई है ना ई एम एफ बारे कंसैप्ट हो गया भी किस कॉइल ई एम एफ घट इंड्यूस होएगी किस ज़्यादा इंड्यूस होएगी एल का डिमेंशनल फार्मूला होगा ਹੁਣ ਆਪਾਂ इस कॉइल की सैल्फ इंडक्टेंस फाइंड आउट करते हैं एक कॉइल लैके उसकी एल फाइंड आउट करते हैं एल का फार्मूला बहुत सौखा है तुसी अद्धा तो ड्राइव कर ही चुके हो जो मैं थोड़ा आ समझाया सी ना बेटा अद्धा तो ड्राइव कर ही चुके तो समझो ध्यान नाल सैल्फ इंडक्टेंस ऑफ लॉन्ग सोलेनॉइड एक लॉन्ग सोलेनॉइड है सोलेनॉइड बना लें आप सोलेनॉइड मतलब कॉइल अपने को एक लॉन्ग सोलेनॉइड है बेटा इस सोलेनॉइड की लेंथ एल है इज द सैल्फ इंडक्टेंस कैपिटल एल है स्मॉल एल इज लेंथ कैपिटल एल इज कॉइल का सैल्फ इंडक्टेंस हर कॉइल का कुछ ना कुछ सैल्फ इंडक्टेंस होंगे किसी का घट किसी का ज़्यादा ओके किस ते डिपेंड करता है वह आप फार्मूला बनाई रहे हैं इस कॉइल दिया नंबर ऑफ टर्न्स एंड एरिया ऑफ क्रॉस सेक्शन ए इट कैरीज करंट आई इस चो आई करंट कैरी कर रहे करंट के कारण इस दे अंदरला मैगनैटिक फील्ड फाइंड आउट कर लो कितना प्रोड्यूस होएगा मैग्नेटिक फील्ड प्रोड्यूस्ड इन कॉइल कितना फील्ड प्रोड्यूस होएगा थोनू आंदा है यूनिट थर्ड च पढ़िया होया फार्मूला म्यू नोड एन आई एन इज़ नंबर ऑफ टर्न्स पर यूनिट लेंथ इन्ना फील्ड प्रोड्यूस होएगा पढ़िया होया ना बेटा ये यूनिट थर्ड च कीता सी सोलेनॉइड वाला टॉपिक किहड़ा टॉपिक सीगा सोलेनॉइड वाला इन्ना फील्ड सीगा इस फील्ड कारण बेटा एक टर्न का फ्लक्स कढ लो एक टर्न का पहला मैग्नेटिक फ्लक्स ऑफ वन टर्न ऑफ सोलेनॉइड एक टर्न का फ्लक्स करना है फार्मूला बी ए कोस थीटा मैग्नेटिक फील्ड हो गया म्यू नोड
N/L इंटू आई। ए हो गया एरिया ऑफ क्रॉस सेक्शन, ओके। एंड एंगल हो गया जिस डायरेक्शन च मैगनैटिक फील्ड है उस डायरेक्शन च एरिया। मैगनैटिक फील्ड एंड एरिया बोथ आर इन सेम डायरेक्शन, थीटा 0। cos 0 1, ये एक टर्न का फ्लक्स हो गया, दिस इज फ्लक्स ऑफ वन टर्न। पूरी टर्न्स का फ्लक्स करना है, मैगनैटिक फ्लक्स ऑफ होल कॉइल, मैगनैटिक फ्लक्स ऑफ होल कॉइल। बेटा पूरी कॉइल का फ्लक्स करना है, जिन्नियां टर्न्स ने उहदे नाल मल्टीप्लाई कर दो, क्योंकि हर टर्न का फ्लक्स होएगा ना, हर टर्न का फ्लक्स होएगा। एक टर्न का फ्लक्स इन्ना आ गया तो एन टर्न्स, टोटल टर्न्स कितनियां ने, एन टर्न्स का फ्लक्स कितना होगा, एन नाल मल्टीप्लाई कर दो। जो एन नाल मल्टीप्लाई करांगे म्यू नॉट एन आई ए बाई एल इंटू एन, तो बेटा ये फ्लक्स बन गया म्यू नॉट एन स्केयर आई ए बाई एल। फ्लक्स का फार्मूला आपाने इस चैप्टर च कीता, फ्लक्स इज इक्वल टू एल आई, वैल्यू पुट करती बेटा, है ना। फ्लक्स का फार्मूला आपाने कीता है कॉइल का एल आई, एल इंटू कितना ना फार्मूला होने, तो फ्लक्स का फार्मूला पुट करता एल आई, आई नाल आई कैंसल, ए एल का फार्मूला बन गया बेटा म्यू नॉट एन स्केयर ए बाई एल, म्यू नॉट एन स्केयर ए बाई एल। इसकी डिटेल मैं थोड़ा उधरले पेज से दस रहा की फार्मूला बनया, किमें बनया फार्मूला समझ आ गया। पहला आपां ने करंट के कारण कॉइल च कितना मैगनैटिक फील्ड प्रोड्यूस होएगा वो मैगनैटिक फील्ड लिख लिया, फिर एक टर्न का फ्लक्स कढ़ लिया, उन्होंने एन नाल मल्टीप्लाई करके एन टर्न्स का फ्लक्स आ गया। फ्लक्स के फार्मूले नूं यूनिट 4th च जो फार्मूला पढ़िया है वो लगाता, फ्लक्स का फार्मूला एल है, एल हो गया कॉइल का सैल्फ इंडक्टेंस, आई हो गया करंट, एल इंटू आई पूरी कॉइल का फ्लक्स, है ना। आई नाल आई कैंसल, ये पूरी कॉइल का एल आ गया, समझ गए। हुण जिहड़ा फार्मूला बन गया बेटा देखियो की फार्मूला बने, एल इज इक्वल टू म्यू नॉट एन स्केयर ए बाई एल। इस च म्यू नॉट तां लगाना है जे कॉइल च वैक्यूम है, जे कॉइल दे अंदर वैक्यूम है, जे कॉइल किसी मीडियम ते वाउंड है लाइक दिस, लाइक दिस कॉइल दे अंदर मीडियम है, मीडियम, फिर तुसी इसे फार्मूले च म्यू लगाओगे, म्यू नॉट नहीं की लगाओगे बेटा म्यू, ए फॉर वैक्यूम, ये आ गया फॉर मीडियम। अच्छा वो थोनू पता ही है ऑलरेडी भी जिहड़ा म्यू हुंदा है म्यू बाय म्यू नॉट, है ना, म्यू आर हुंदा है, तो असीं म्यू फाइंड कर सकते म्यू नॉट इंटू म्यू आर, मतलब जिहड़ा ये फार्मूला मीडियम वाला है ये म्यू नॉट इंटू म्यू आर एन स्केयर ए बाई एल। तो क्लीयर है बेटा। देखो जे वैक्यूम है तो फार्मूला यही है, जे मीडियम है तो नाल म्यू आर आ गया, दैट मीनस वैक्यूम नालों मीडियम का एल ज़्यादा होंदा, मीडियम इंट्रोड्यूस करने नाल म्यू आर एक टर्म एक्सट्रा ही आ गई ना, एल गोज ऑन इंक्रीजिंग, डायरैक्ट रिलेशन है म्यू आर नाल, क्लीयर बेटा। जे वैक्यूम है फिर तो कला म्यू नॉट लगेगा, जे मीडियम है तो नाल म्यू आर भी लग गया, है ना, तो एक टर्म इंक्रीज हो गई तो एल एम इंक्रीज हो जाएगा, मीडियम च एल वध जाता। वैक्यूम के जो भी तुम मीडियम इंट्रोड्यूस करोगे ना कॉइल च, एल गोज ऑन इंक्रीजिंग, वैक्यूम का एल घट होंदा, मीडियम का एल ज़्यादा होंदा, ठीक है। होर एल किस किस ते डिपेंड कर गया, नंबर ऑफ टर्न्स तो, जिन्नियां नंबर ऑफ टर्न्स ज़्यादा होणगियां उन्ना एल ज़्यादा होएगा, जिन्ना एरिया ऑफ क्रॉस सेक्शन। देखो किहड़े किहड़े फैक्टर्स हैं, ऑन वट फैक्टर्स एल डिपेंड्स, एक तो एल डिपेंड कर गया मीडियम पे, सेकेंड एल डिपेंड कर गया नंबर ऑफ टर्न्स, नंबर ऑफ टर्न्स एन ते, थर्ड एल डिपेंड कर गया एरिया ऑफ क्रॉस सेक्शन ते, एरिया ऑफ क्रॉस सेक्शन, एंड फोर्थ एल डिपेंड कर गया लेंथ ऑफ कॉइल ते। डायरैक्ट रिलेशन है, मीडियम नाल भी डायरैक्ट रिलेशन है, एरिया नाल भी डायरैक्ट रिलेशन है, लेंथ नाल इनवर्स रिलेशन, फार्मूले दे विच चैक कर सकते हो तुसीं फार्मूले है ना बेटा। तो ये फैक्टर्स हैं जिन्होंने उपर एल डिपेंड करता है, ओके। ये होगा बेटा एल का फार्मूला, ये फार्मूले तुसीं किसी भी कॉइल का एल फाइंड आउट कर सकते हो, सैल्फ इंडक्शन फाइंड आउट कर सकते हो। सो दिस इज़ ऑल अबाउट सैल्फ इंडक्शन। देखो ये सारा कुछ सैल्फ इंडक्शन बारे है, एंड आ चीज़ मेन है बेटा, देखो आ कंसैप्ट मेन है इन्ना, है ना, जिहड़ा मैं आ दस्सिया ना तुहानूं आ दो चीज़ां ये मेन,
ਵੀ ਕੋਇਲ ਕਰੰਟ ਨੂੰ ਨਹੀਂ ਅਪੋਜ਼ ਕਰਦਾ, ਕੋਇਲ ਕਰੰਟ ਦੇ ਚੇਂਜ ਨੂੰ ਅਪੋਜ਼ ਕਰਦਾ। ਇਫ ਕਰੰਟ ਵਾਂਟਸ ਟੂ ਇਨਕਰੀਜ਼, ਫਿਰ ਕਰੰਟ, ਅਗਰ ਕਰੰਟ ਇਨਕਰੀਜ਼ ਹੋਣਾ ਚਾਹੁੰਦਾ ਤਾਂ EMF ਆਪੋਜ਼ਿਟ ਡਾਇਰੈਕਸ਼ਨ 'ਚ ਆ ਕੇ ਉਹਨੂੰ ਇਨਕਰੀਜ਼ ਨਹੀਂ ਹੋਣ ਦੇਗੀ। ਇਫ ਕਰੰਟ ਵਾਂਟਸ ਟੂ ਡਿਕਰੀਜ਼, ਫਿਰ EMF ਸੇਮ ਡਾਇਰੈਕਸ਼ਨ 'ਚ ਆ ਕੇ ਉਹਨੂੰ ਡਿਕਰੀਜ਼ ਨਹੀਂ ਹੋਣ ਦੇਗੀ। ਮੰਨ ਲਓ ਕਰੰਟ ਕਾਂਸਟੈਂਟ ਹੈ, ਕਰੰਟ ਇਜ਼ ਕਾਂਸਟੈਂਟ, ਫਿਰ EMF ਇੰਡਿਊਸ ਜ਼ੀਰੋ, ਫਿਰ EMF ਹੀ ਨਹੀਂ ਇੰਡਿਊਸ ਹੋਣੀ, ਕਰੰਟ ਫਲੋ ਹੋਈ ਜਾਊਗਾ, ਫਿਰ EMF ਕਰੰਟ ਨੂੰ ਅਪੋਜ਼ ਕਰੇਗੀ ਨਹੀਂ ਕਰਦੀ, ਕਿਉਂਕਿ ਕਰੰਟ ਕਾਂਸਟੈਂਟ ਹੈ। ਕਰੰਟ ਕਾਂਸਟੈਂਟ ਹੈ, EMF ਇੰਡਿਊਸ ਤੁਹਾਨੂੰ ਸਮਝਾਇਆ ਸੀ ਇੱਥੇ, ਇਫ ਕਰੰਟ ਇਜ਼ ਕਾਂਸਟੈਂਟ EMF ਇੰਡਿਊਸ ਕਿੰਨਾ ਹੋਏਗਾ, ਜ਼ੀਰੋ, ਹੈ ਨਾ। ਤਾਂ ਜੇ ਕਰੰਟ ਫਲੋ ਹੋਏਗਾ ਕੌਨਸਟੈਂਟਲੀ, ਫਿਰ EMF ਇੰਡਿਊਸ ਹੀ ਨਹੀਂ ਹੋਣੀ, ਫਿਰ EMF ਨੇ ਕਰੰਟ ਨੂੰ ਅਪੋਜ਼ ਹੀ ਨਹੀਂ ਕਰਨਾ। ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀਗਾ ਵੀ EMF ਕਰੰਟ ਨੂੰ ਨਹੀਂ ਅਪੋਜ਼ ਕਰਦੀ, EMF ਕਰੰਟ ਦੇ ਚੇਂਜ ਨੂੰ ਅਪੋਜ਼ ਕਰਦੀ ਹੈ, ਚੇਂਜ ਨੂੰ। ਅੰਡਰਸਟੈਂਡ? ਜਦੋਂ ਵੀ ਕੋਇਲ ਚੋਂ ਕਰੰਟ ਚੇਂਜ ਹੋਣਾ ਚਾਹੇਗਾ ਤਾਂ ਕੋਇਲ ਕਰੰਟ ਨੂੰ ਚੇਂਜ ਹੋਣ ਤੋਂ ਰੋਕੇਗੀ, ਨਾ ਉਹ ਕਰੰਟ ਨੂੰ ਈਜ਼ੀਲੀ ਇਨਕਰੀਜ਼ ਹੋਣ ਦੇਗੀ, ਨਾ ਉਹ ਕਰੰਟ ਨੂੰ ਈਜ਼ੀਲੀ ਡਿਕਰੀਜ਼ ਹੋਣ ਦੇਗੀ। ਇਫ ਕਰੰਟ ਇਨਕਰੀਜ਼ ਹੋਣਾ ਚਾਹੇਗਾ ਤਾਂ ਅਪੋਜ਼ ਕਰਕੇ ਰੋਕੇਗੀ, ਜੇ ਕਰੰਟ ਡਿਕਰੀਜ਼ ਹੋਣਾ ਚਾਹੇਗਾ ਤਾਂ ਉਹਨੂੰ ਸਪੋਰਟ ਕਰਕੇ ਰੋਕੇਗੀ। EMF ਕਲੀਅਰ? ਸਮਝ ਗਏ? ਚਲੋ ਇਸ ਦੇ ਬਿਹਾਫ 'ਤੇ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਦਾ, ਇਹ ਸੈਲਫ ਇੰਡਕਸ਼ਨ ਦੇ ਬਿਹਾਫ 'ਤੇ ਇੱਕ ਕੁਐਸਚਨ ਪੁੱਛਦਾ। ਸਪੋਜ਼ ਕਰੋ ਇਸ 'ਚ ਤਾਂ ਇੱਕ ਕੋਇਲ ਲੱਗੀ ਹੈ ਨਾ, ਇੱਕ ਬਲਬ ਹੈ, ਦਿਸ ਇਜ਼ ਬਲਬ, ਠੀਕ ਹੈ। ਇਸ ਦੇ ਪੈਰਲਰ 'ਚ ਇੱਕ ਰੈਜ਼ਿਸਟੈਂਸ ਹੈ, ਇਹ ਦੂਸਰਾ ਬਲਬ ਹੈ। ਇਹ ਆਨਸਰ ਤੁਸੀਂ ਦੇਣਾ ਬੇਟਾ, ਬੋਥ ਆਰ ਕਨੈਕਟਡ ਇਨ ਪੈਰਲਲ। ਸਵਿਚ ਔਨ ਕਰਾਂਗੇ, ਬੈਟਰੀ ਲੱਗੀ ਹੋਈ ਹੈ ਸਰਕਿਟ 'ਚ, ਬੋਥ ਆਰ ਕਨੈਕਟਡ ਇਨ ਪੈਰਲਲ। ਕਲੀਅਰ? ਹੁਣ ਜਦੋਂ ਅਸੀਂ ਸਵਿਚ ਔਨ ਕਰਾਂਗੇ, ਕਿਹੜਾ ਬਲਬ ਇੰਸਟੈਂਟਲੀ ਗਲੋ ਕਰੇਗਾ, ਕਿਹੜਾ ਹੌਲੀ ਹੌਲੀ ਗਲੋ ਕਰੇਗਾ? ਸਵਿਚ ਔਨ ਕਰਨ 'ਤੇ ਕਿਹੜਾ ਬਲਬ ਇੰਸਟੈਂਟਲੀ ਇੱਕਦਮ ਗਲੋ ਕਰ ਜਾਏਗਾ, ਕਿਹੜੇ ਬਲਬ ਦੀ ਬ੍ਰਾਈਟਨੈਸ ਹੌਲੀ ਹੌਲੀ ਵਧੇਗੀ? ਜਿਹੜਾ ਜਿਸ ਬਲਬ 'ਚ ਤਾਂ ਰੈਜ਼ਿਸਟੈਂਸ ਲੱਗੀ ਹੋਈ ਹੈ ਬੇਟਾ, ਇਸ ਸਰਕਿਟ 'ਚ ਕਰੰਟ ਇੱਕਦਮ ਇਨਕਰੀਜ਼ ਹੋ ਜਾਏਗਾ, ਇਨਕਰੀਜ਼ ਹੋ ਕੇ ਕਾਂਸਟੈਂਟ ਹੋ ਜਾਏਗਾ, ਬਲਬ ਇੰਸਟੈਂਟਲੀ ਗਰੋ ਕਰੇਗਾ। ਇੰਸਟੈਂਟਲੀ ਸਵਿਚ ਔਨ ਕਰੋਗੇ, ਬਲਬ ਇੰਸਟੈਂਟਲੀ ਆਪਣੀ ਫੁੱਲ ਬ੍ਰਾਈਟਨੈਸ 'ਤੇ ਗਲੋ ਕਰ ਲੇਗਾ, ਜਿੰਨੀ ਕੁ ਬ੍ਰਾਈਟਨੈਸ ਇਹਦੀ ਬਣਦੀ ਹੈ ਇਸ ਕਰੰਟ ਦੇ ਅਕੋਰਡਿੰਗ। ਬਟ ਇਸ ਦੇ ਵਿੱਚ ਜਦੋਂ ਕਰੰਟ ਇਨਕਰੀਜ਼ ਹੋਣ ਦੀ ਕੋਸ਼ਿਸ਼ ਕਰੇਗਾ, ਇਨਕਰੀਜ਼, ਇਸ ਦੇ ਵਿੱਚ EMF ਇੰਡਿਊਸ ਹੋਏਗੀ, ਉਹ EMF ਕਰੰਟ ਨੂੰ ਇਨਕਰੀਜ਼ ਹੋਣ ਤੋਂ ਰੋਕੇਗੀ। ਮਤਲਬ ਇਸ 'ਚ ਜਿਹੜਾ ਕਰੰਟ ਇਨਕਰੀਜ਼ ਹੋਏਗਾ ਉਹ ਸਲੋਲੀ ਇਨਕਰੀਜ਼ ਹੋਏਗਾ, ਕਿਉਂਕਿ EMF ਉਸ ਨੂੰ ਇਨਕਰੀਜ਼ ਹੋਣ ਤੋਂ ਰੋਕ ਰਹੀ ਹੈ। ਇਹ ਕੋਇਲ ਹੈ ਨਾ, ਕੋਇਲ 'ਚ EMF ਇੰਡਿਊਸ ਹੋਏਗੀ, ਇਹ EMF ਸੈਲਫ ਇੰਡਕਸ਼ਨ ਕਾਰਨ EMF ਇੰਡਿਊਸ ਹੋਏਗੀ, EMF ਕਰੰਟ ਨੂੰ ਇਨਕਰੀਜ਼ ਹੋਣ ਤੋਂ ਰੋਕੇਗੀ। ਕਰੰਟ ਸਲੋਲੀ ਇਨਕਰੀਜ਼ ਹੋਏਗਾ ਤਾਂ ਬਲਬ ਦੀ ਬ੍ਰਾਈਟਨੈਸ ਵੀ, ब्राइटनेस इंक्रीजेज स्लोली, बल्ब अपनी फुल ब्राइटनेस से जाएगा बट स्लोली। जो करंट कांस्टेंट हो जाएगा, करंट इंक्रीज हो के बेटा करंट कांस्टेंट हो गया तो EMF इंड्यूस होनी बंद हो जाएगी, बल्ब अपनी फुल ब्राइटनेस से ग्लो करेगा बट बल्ब की ब्राइटनेस स्लोली इंक्रीज होएगी। सेम कंसैप्ट जो असीं स्विच ऑफ करांगे, जो स्विच ऑफ करांगे ये बल्ब तो इंस्टेंटली ग्लो होना बंद कर देगा, इसकी ब्राइटनेस हौली हौली घटेगी। क्यों? क्योंकि जो असीं स्विच ऑफ करांगे तो करंट डिक्रीज होएगा, एक करंट डिक्रीज होएगा तो सैल्फ इंडक्शन कारण इस EMF इंड्यूस होएगी सेम डायरैक्शन, करंट के सेम डायरैक्शन उसनू डिक्रीज होने तो रोकेगी। इफ करंट डिक्रीजेज तो EMF इसनू डिक्रीज होने तो रोकेगी, है ना, इसकी हैल्प करेगी। इस करके बल्ब एक करंट स्लोली, जो सर्किट च कोयल लगी होवे ना, कोयल, तो करंट स्लोली ही इनक्रीज होंदा है, स्लोली ही डिक्रीज होंदा है। इस करके बल्ब स्लोली ही बल्ब की ब्राइटनेस स्लोली इनक्रीज होएगी, स्विच ऑफ करन ते स्लोली डिक्रीज होएगी, इंस्टेंटली नहीं। ओके, स्लोली वाई? इस EMF के कारण। ओके, समझ आ गया? ये कंसैप्ट होंदा बेटा ये सैल्फ इंडक्शन का, ये सिर्फ कोयल ते लगता है, कोयल ते ओनली एप्लीकेबल ऑन कोयल। क्लीयर? समझ गए? थैंक यू वेरी मच।